ਬੱਚੀਆਂ ਤੇ ਮੈਨੂੰ ਇਸ ਤਰ੍ਹਾਂ ਲੱਗਦੀਆਂ ਨੇ ਜਿਵੇਂ ਤੁਸੀਂ ਉਹ ਫਿਸ਼ ਹੈਚਰੀ ਹੁੰਦੀ ਹੈ ਨਾ, ਛੋਟੀ ਛੋਟੀ ਫਿਸ਼ ਹੁੰਦੀਆਂ ਨੇ, ਫਿਰ ਉਹ ਸਮੁੰਦਰ 'ਚ ਸਿੱਟ ਦੇ, ਕੁਛ ਨੂੰ ਬੜੀ ਮੱਛਲੀਆਂ ਖਾ ਜਾਂਦੀਆਂ ਨੇ, ਕੋਈ ਥੋੜ੍ਹੀਆਂ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਰਵਾਈਵ ਕਰਦੀਆਂ। ਵਾਲਦੈਨ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਗੱਲ ਨੂੰ ਤਸਲੀਮ ਕਰਨ, ਕੌਨਫੀਡੈਂਸ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਹੈ, ਇੱਕ ਰੈਪੋ ਡਿਵੈਲਪ ਹੋਣੀ ਚਾਹੀਦੀ ਹੈ ਆਪਣੇ ਬੱਚਿਆਂ ਨਾਲ ਕਿ ਇਹ one should always be on the side of their children. ਹਰੈਸਮੈਂਟ ਤੇ ਹਰ ਜਗ੍ਹਾ ਤੇ ਹੈ। ਤੁਸੀਂ ਘਰੋਂ ਨਿਕਲੋ, ਘਰ ਦੀ ਚਾਰ ਦੀਵਾਰੀ ਦੇ ਵਿੱਚ ਵੀ ਹਰੈਸਮੈਂਟ ਹੈ। ਅਗਰ ਤੁਸੀਂ ਇੱਕ ਜੁਆਇੰਟ ਫੈਮਿਲੀ 'ਚ ਰਹਿ ਰਹੇ ਹੋ, ਅਗਰ ਤੁਸੀਂ ਜੁਆਇੰਟ ਫੈਮਿਲੀ 'ਚ ਨਹੀਂ ਰਹਿ ਰਹੇ, ਤੁਸੀਂ ਮਹੱਲੇ 'ਚ ਨਿਕਲ ਕੇ ਦੇਖੋ, ਹਰੈਸਮੈਂਟ ਤੁਹਾਡੇ ਦਰਵਾਜ਼ੇ ਤੋਂ ਬਾਹਰ ਸ਼ੁਰੂ ਹੋ ਜਾਏਗੀ। ਔਰ ਉਸ ਤੋਂ ਬਾਅਦ ਕਿਸੇ ਰਿਕਸ਼ੇ 'ਚ, ਬੱਸ 'ਚ, ਟੈਕਸੀ 'ਚ, ਕਿਤੇ ਵੀ ਕੁੜੀ ਜਿਹੜੀ ਹੈ ਉਹ ਮਹਿਫੂਜ਼ ਨਹੀਂ ਹੈ। ਸਿਰਫ ਮਹਿਫੂਜ਼ ਉਹੀ ਹੈ ਜਿਹੜੀ ਆਪਣੇ ਆਪ ਨੂੰ ਕਵਰ ਕਰਕੇ ਆਏਗੀ, ਜਿਹੜੀ ਪੜ੍ਹੀ ਲਿਖੀ ਨਹੀਂ ਲੇਕਿਨ ਸ਼ੋਰ ਮਚਾਏ, ਉਹ ਦੇ ਸ਼ੁੱਡ ਸਪੀਕ ਅਪ, ਆਪਣੇ ਲਈ ਸਟੈਂਡ ਲਵੇ, ਵੋਕਲ ਆਪਣੇ ਵਾਸਤੇ ਸਟੈਂਡ ਲਵੇ ਔਰ ਬੜਾ ਹੋਸ਼ੋ ਹਵਾਸ ਨਾਲ ਘਰੋਂ ਨਿਕਲੇ ਕਿ ਇਹ ਦੁਨੀਆ ਜਿਹੜੀ ਹੈ ਇਹ ਬੜੀ ਮੁਸ਼ਕਿਲ ਹੈ, ਬਹੁਤ ਜ਼ਿਆਦਾ ਜ਼ਾਲਿਮ ਹੈ। ਤੇ ਘਰੋਂ ਨਿਕਲਦੇ ਹੋਏ ਆਪਣੀ ਹਰੈਸਮੈਂਟ ਜਿਹੜੀ ਹੈ, ਅਗਰ ਤੁਹਾਨੂੰ ਕੋਈ ਹਰੈਸ ਕਰ ਰਿਹਾ ਤੇ ਸ਼ੋਰ ਪਾਓ, ਦੱਸੋ, ਭਾਈਆਂ ਨੂੰ ਦੱਸੋ, ਆਪਣੇ ਵਾਲਿਦ ਨੂੰ ਦੱਸੋ, ਆਪਣੇ ਮਾਂ-ਬਾਪ ਨੂੰ ਦੱਸੋ, ਪੂਰੇ ਉਹ ਚੁੱਪ ਕਰਕੇ ਨਾ ਆਪਣੇ ਅੰਦਰ ਰੱਖ ਲਈ ਕਿ ਮੇਰੇ ਵਾਲਿਦ ਨੇ ਤੇ ਮੈਨੂੰ ਕੱਲ ਘਰੋਂ ਨਹੀਂ ਜਾਣ ਦੇਣਾ। ਹੋਰ ਹਿੰਮਤ ਮਿਲ ਜਾਂਦੀ ਹੈ ਕਿ ਮੈਂ ਤੈਨੂੰ ਟਾਰਚਰ ਕਰਦਾ ਰਵਾਂਗਾ ਕਿਉਂਕਿ ਇਹਦੇ ਤੇ ਪਿੱਛੇ ਕੋਈ ਆਏਗਾ ਨਹੀਂ। ਉਹ ਤੇ ਮਤਲਬ ਅਗਰ ਨੌਕਰੀ ਉਹਨੇ ਬੜੀ ਮੁਸ਼ਕਿਲ ਨਾਲ ਲਈ ਹੈ ਔਰ ਇਜਾਜ਼ਤ ਲਈ ਹੈ ਆਪਣੇ ਵਾਲਿਦ ਕੋਲੋਂ, ਇੱਕ ਹਰੈਸਮੈਂਟ ਦਾ ਦੱਸੇਗੀ, ਵਾਲਿਦ ਕਹੇਗਾ ਕੱਲ ਤੋਂ ਮੈਂ ਤੈਨੂੰ ਜਾਣ ਨਹੀਂ ਦੇਣਾ ਘਰੋਂ, ਉਹ ਫਿਰ ਚੁੱਪ ਕਰਕੇ ਵਿੱਚ ਆਪਣੇ ਸੰਭਾਲਦੀਆਂ ਰਹਿੰਦੀਆਂ ਨੇ ਔਰ ਫਿਰ ਇੱਕ ਲਾਵਾ ਉੱਠਦਾ ਹੈ ਔਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਲੜਕੀਆਂ ਵਾਸਤੇ। ਤੇ ਮੇਰਾ ਖਿਆਲ ਹੈ ਕਿ ਵਾਲਦੈਨ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਗੱਲ ਨੂੰ ਤਸਲੀਮ ਕਰਨ, ਕੌਨਫੀਡੈਂਸ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਹੈ, ਇੱਕ ਰੈਪੋ ਡਿਵੈਲਪ ਹੋਣੀ ਚਾਹੀਦੀ ਹੈ ਆਪਣੇ ਬੱਚਿਆਂ ਨਾਲ ਕਿ ਇਹ one should always be on the side of their children. ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖੋ, ਇੱਕ ਰੈਪੋ ਬਚਪਨ ਤੋਂ ਡਿਵੈਲਪ ਕਰੋ ਉਹਨਾਂ ਦੇ ਨਾਲ, ਹਾਂ, ਤਾਂ ਕਿ ਉਹ ਡਰਨ ਨਾ ਤੁਹਾਨੂੰ ਦੱਸਣ ਵੇਲੇ, ਕਿਉਂਕਿ ਇਹ ਬੱਚੀਆਂ ਜਿਹੜੀਆਂ ਨੇ ਨਾ ਇਹ ਦੱਸਦੀਆਂ ਨਹੀਂ ਜਾ ਕੇ। ਦੋਸਤੀ ਦਾ ਰਿਸ਼ਤਾ ਬਣਾਓ ਉਹਨਾਂ ਦੇ ਨਾਲ ਨਾ, ਮਾਂ-ਬਾਪ 'ਚ ਕੋਈ ਇੱਕ ਦੋਸਤ ਹੋਣਾ ਚਾਹੀਦਾ। ਬਿਲਕੁਲ, ਲੜਕੀ ਦੀ ਬੈਸਟ ਫਰੈਂਡ ਮਾਂ ਹੋਣੀ ਚਾਹੀਦੀ ਹੈ ਔਰ ਲੜਕੇ ਦਾ ਬੈਸਟ ਫਰੈਂਡ ਬਾਪ ਹੋਣਾ ਚਾਹੀਦਾ ਹੈ। ਔਰ ਬਜਾਏ ਇਸ ਦੇ ਕਿ ਮਾਂ ਔਰ ਬਾਪ ਆਪਣੇ ਫਜ਼ੂਲ ਟਾਈਮ ਜ਼ਾਇਆ ਕਰਨ, ਜਿੰਨਾ ਕੁ ਵੀ ਉਹਨਾਂ ਕੋਲ ਫਾਲਤੂ ਟਾਈਮ ਹੈ ਉਹ ਆਪਣੇ ਬੱਚਿਆਂ ਨਾਲ ਰੈਪੋ ਡਿਵੈਲਪ ਕਰਨ ਨਾਲ, ਬੰਦ ਕਰ ਦੇਣ ਟੈਲੀਫੋਨ ਔਰ ਬੰਦ ਕਰ ਦੇਣ ਮੋਬਾਈਲ ਥੋੜ੍ਹੇ ਅਰਸੇ ਵਾਸਤੇ, 2-3 ਘੰਟੇ ਸਪਹਿਰ ਨੂੰ ਬੱਚਿਆਂ ਨੂੰ ਲੈ ਕੇ ਬੈਠੋ ਔਰ ਉਹਨਾਂ ਨਾਲ ਗੱਲਬਾਤ ਕਰੋ, ਸਾਰੇ ਦਿਨ ਦੀ ਉਹਨਾਂ ਕੋਲੋਂ ਰੁਦਾਤ ਸੁਣੋ ਨਾ, ਕੌਨਫੀਡੈਂਸ ਦਵੋ। ਔਰ ਇਸ ਤਰ੍ਹਾਂ ਨਹੀਂ ਪੁੱਛਣਾ ਬੱਚਿਆਂ ਨੂੰ ਕਿ ਜੀ ਅੱਜ ਕੀ ਹੋਇਆ, ਜਿਵੇਂ ਖਬਰ ਲੈ ਰਹੇ ਹੋ, ਮਤਲਬ ਗੱਲਾਂ 'ਚ ਨਹੀਂ, ਉਹਨਾਂ ਨੂੰ ਕਹੋ ਕਿ ਅੱਜ ਸਭ ਤੋਂ ਅੱਛੀ ਗੱਲ ਤੇਰੇ ਨਾਲ ਕੀ ਹੋਈ, ਜਾਂ ਅੱਜ ਤੂੰ ਕੀ ਸਿੱਖਿਆ ਹੈ, ਨਵੀਂ ਗੱਲ ਕੀ ਸਿੱਖੀ, ਅੱਜ ਦਾ ਦਿਨ ਤੇਰਾ ਕੈਸਾ ਰਿਹਾ, ਹੋਰ ਕੀ ਗੱਲ ਸਿੱਖੀ ਤੂੰ, ਕਿਹੜੀ ਗੱਲ ਤੂੰ ਅੱਜ ਪ੍ਰੇਜ਼ ਕਰ ਰਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਅੱਜ ਇਹ ਹੋਇਆ, ਜਾਂ ਤੂੰ ਬਹੁਤ ਨਾਰਾਜ਼ ਹੈ ਕਿ ਇਹ ਹੋਇਆ। Try to know about their personality ਕਿ ਉਹ ਕੀ ਸੋਚਦੇ ਨੇ। ਬਹੁਤ ਖੂਬਸੂਰਤ ਗੱਲ ਕੀਤੀ ਤੁਸੀਂ। ਤੇ ਇਸ ਵਜ੍ਹਾ ਨਾਲ ਮਤਲਬ ਤੁਸੀਂ ਚੁਗਲਖੋਰ ਨਹੀਂ ਬਣਾਉਣਾ ਕਿ ਤੁਸੀਂ ਉਹਨਾਂ ਨੂੰ ਰੋਜ਼ ਬਿਠਾ ਕੇ ਪੁੱਛੋ, ਹਾਂ ਬੇਟਾ ਕੀ ਹੋਇਆ ਸੀ, ਫਲਾਣੇ ਨੇ ਕੀ ਕਿਹਾ ਸੀ ਉਹਨਾਂ ਦੇ ਘਰ ਗਏ, ਨੋ, ਤੁਸੀਂ ਉਹਨਾਂ ਨਾਲ ਗੱਲਾਂ ਕਰੋ ਔਰ ਗੱਲਾਂ 'ਚ ਪੁੱਛੋ ਕਿ ਅੱਛਾ ਕੈਸਾ ਦਿਨ ਗੁਜ਼ਰਿਆ, ਇਹ ਟੂਰ ਉੱਥੇ ਕੀਤਾ, ਕਿ ਫਰੈਂਡਸ ਦੇ ਨਾਲ ਇੰਜੋਏ ਕੀਤਾ, ਟੀਚਰ ਦਾ ਬਿਹੇਵੀਅਰ ਕੈਸਾ ਸੀ, ਕੀ ਸਿੱਖਿਆ। ਬੱਚਾ ਐਡਾ ਮਾਸੂਮ ਹੁੰਦਾ ਕਿ ਉਹ ਆਪ ਹੀ ਤੁਹਾਨੂੰ ਦੱਸ ਛੱਡਦਾ। ਬਿਲਕੁਲ, ਇਹ ਰੈਪੋ ਤੇ ਬਹੁਤ ਜ਼ਰੂਰੀ ਹੈ ਨਾ ਦੱਸਣ ਦੀ। ਖੁਦ ਆਪਣਾ ਕੋਈ ਦੱਸੋ ਕਿੱਸਾ ਕਿ ਜੀ ਅੱਜ ਮੇਰੇ ਨਾਲ ਇਸ ਤਰ੍ਹਾਂ ਹੋਇਆ ਔਰ ਇਹਦੇ ਵਿੱਚ ਇਹ ਸਿੱਖਣ ਵਾਲੀ ਗੱਲ ਹੈ, ਮਿਲਿਆ। ਦੁਨੀਆ ਦੇ ਵਿੱਚ ਚੱਲਣ ਦੇ ਅਸੂਲ ਜਿਹੜੇ ਨੇ ਉਹ ਮਾਂ-ਬਾਪ ਨੂੰ ਸਿਖਾਉਣੇ ਚਾਹੀਦੇ ਨੇ ਔਰ ਬੱਚੀਆਂ ਨੂੰ ਖਾਸ ਤੌਰ ਤੇ। ਬੱਚੀਆਂ ਤੇ ਮੈਨੂੰ ਇਸ ਤਰ੍ਹਾਂ ਲੱਗਦੀਆਂ ਨੇ ਜਿਵੇਂ ਤੁਸੀਂ ਉਹ ਫਿਸ਼ ਹੈਚਰੀ ਹੁੰਦੀ ਹੈ ਨਾ, ਛੋਟੀ ਛੋਟੀ ਫਿਸ਼ ਹੁੰਦੀਆਂ ਨੇ, ਫਿਰ ਉਹ ਸਮੁੰਦਰ 'ਚ ਸਿੱਟ ਦੇ, ਕੁਛ ਨੂੰ ਬੜੀ ਮੱਛਲੀਆਂ ਖਾ ਜਾਂਦੀਆਂ ਨੇ, ਕੋਈ ਥੋੜ੍ਹੀਆਂ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਰਵਾਈਵ ਕਰਦੀਆਂ। ਤੇ ਇਸ ਤਰ੍ਹਾਂ ਹੀ ਹੈਚਰੀ ਦੇ ਵਿੱਚੋਂ ਜਿਵੇਂ ਫਿਸ਼ ਸਮੁੰਦਰ 'ਚ ਸਿੱਟੀ ਦੀ ਨਾ, ਇਸ ਤਰ੍ਹਾਂ ਉਹ ਛੋਟੀ ਜਿਹੀ ਬੱਚੀ ਨੂੰ ਅਗਲੇ ਦੇ ਘਰ ਭੇਜ ਦਿੰਦੇ ਨੇ, ਨਾ ਉਹਨਾਂ ਨੂੰ ਜਾਣਦੇ ਨਾ ਕੁਛ, ਔਰ ਗੈਰਾਂ ਦੇ ਵਿੱਚ ਉਹ ਜਾ ਕੇ ਵਿਚਾਰੀ ਪਤਾ ਨਹੀਂ ਕੀ ਕਿਸ ਤਰ੍ਹਾਂ ਚਾਹੁੰਦੇ ਨੇ ਕਿ ਰਾਤੋਂ ਰਾਤ ਸਾਡੇ ਮਾਹੌਲ 'ਚ ਡਲ ਜਾਏ, ਸਾਡੇ ਹਾਲ ਦੀ ਹੋ ਜਾਏ। ਮੁਸ਼ਕਿਲ ਹੈ। ਤੁਹਾਨੂੰ ਪਤਾ ਆਗਾ ਖਾਨ ਵਿੱਚ ਇੱਕ ਰਿਸਰਚ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਬੱਚੀਆਂ ਜਿਹੜੀਆਂ ਨੇ more than 80%, 80% ਤੋਂ ਜ਼ਿਆਦਾ ਬੱਚੀਆਂ ਡਿਪਰੈਸ਼ਨ ਦਾ ਸ਼ਿਕਾਰ ਨੇ, ਸਿਵੀਅਰ ਡਿਪਰੈਸ਼ਨ ਦਾ ਸ਼ਿਕਾਰ ਨੇ। ਔਰ ਉਹ ਡਿਪਰੈਸ਼ਨ ਫਿਰ ਬੱਚੇ ਦੀ ਪੈਦਾਇਸ਼ ਦੇ ਉੱਤੇ ਵੀ, ਪ੍ਰੈਗਨੈਂਸੀ ਦੇ ਵਿੱਚ, ਅਬਲ ਤੇ ਪ੍ਰੈਗਨੈਂਸੀ ਨਹੀਂ ਹੋ ਰਹੀ ਤੇ ਫਿਰ ਉਹ ਡਿਪਰੈਸ,
ਪ੍ਰੈਗਨੈਂਸੀ ਹੋ ਗਈ, ਕੋਈ ਖਿਆਲ ਨਹੀਂ ਰੱਖ ਰਿਹਾ, ਖਾਮਨ ਤੇ ਬਿਲਕੁਲ ਹੀ ਖਿਆਲ ਨਹੀਂ ਰੱਖਦਾ ਨਾ, ਉਹ ਤੇ ਮਤਲਬ ਪ੍ਰੈਗਨੈਂਸੀ ਹੋ ਗਈ ਹੈ, ਫਿਰ ਉਹ ਲਾ ਤਾਲੁਕ ਹੈ, ਉਹਨੂੰ ਨਹੀਂ ਬੱਚਾ ਪਤਾ। ਆ ਰਿਹਾ ਹੁਣ। ਹਾਂ, ਉਹਨੂੰ ਤੇ ਮਤਲਬ ਇਹ ਪਰਵਾਹ ਹੀ ਨਹੀਂ ਕਿ ਮੇਰੀ ਬੀਵੀ ਜਿਹੜੀ ਹੈ, ਕੁਝ ਚੰਦ ਹੋਣਗੇ ਜਿਹੜੇ ਥਰੂ ਆਊਟ ਪ੍ਰੈਗਨੈਂਸੀ ਆਪਣੀ ਬੀਵੀ ਦਾ ਖਿਆਲ ਰੱਖਦੇ ਨੇ ਜਾਂ ਨਾਲ ਜਾਂਦੇ ਨੇ ਦਿਖਾਉਣ ਵਾਸਤੇ। ਹਸਪਤਾਲਾਂ 'ਚ ਵੀ ਨਾਲ ਨਹੀਂ ਜਾਂਦੇ? ਬਿਲਕੁਲ ਨਹੀਂ ਨਾਲ ਜਾਂਦੇ, ਉਹ ਕੱਲੀਆਂ ਵਿਚਾਰੀਆਂ ਲੈ ਕੇ ਫਿਰਦੀਆਂ ਰਹਿੰਦੀਆਂ। ਸਾਡੇ ਨਾਲ ਕੋਈ ਐਸੇ ਵਾਕਿਆਤ ਸ਼ੇਅਰ ਕਰੋ ਕਿ ਤੁਹਾਡੇ ਐਸੀ ਖਵਾਤੀਨ ਤੁਹਾਡੇ ਕੋਲ ਆਈਆਂ ਹੋਣਗੇ, ਤੁਸੀਂ ਤੁਹਾਡਾ ਦਿਲ ਦਖਲ ਗਿਆ ਹੋਏ, ਇੰਨੇ ਅਰਸੇ ਤੋਂ ਤੁਸੀਂ ਇਹ ਕੰਮ ਕਰਦੇ ਹੋਵੇ ਕਿ ਇੰਨਾ ਜ਼ੁਲਮ ਹੋ ਰਿਹਾ ਇਹਨਾਂ ਦੇ ਨਾਲ ਹੋ ਰਿਹਾ, ਫਿਰ ਵੀ ਆਪਣੇ ਬਾਰੇ 'ਚ ਸਟੈਂਡ ਨਹੀਂ ਲੈ ਰਹੀਆਂ ਜਾਂ ਫਿਰ ਕੰਟਰੋਲ ਨਹੀਂ ਕਰ ਰਹੀਆਂ ਕਿਸੇ ਚੀਜ਼ ਨੂੰ ਵੀ। ਮਤਲਬ ਅਸੀਂ ਵੇਖਦੇ ਹਾਂ ਕਿ ਕੁਝ ਖਵਾਤੀਨ ਦੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ, ਲੇਕਿਨ ਉਹ ਲਗਾਤਾਰ ਜਨਾਬ ਪ੍ਰੈਸ਼ਰ ਹੁੰਦਾ ਹੈ ਕਿ ਇਹਨਾਂ ਨੇ ਬੱਚਾ ਪੈਦਾ ਕਰਨਾ। ਇਸ ਤਰ੍ਹਾਂ ਦੇ ਤੇ ਬਹੁਤ ਕਿੱਸੇ ਨੇ, ਇੰਨੇ ਕਿੱਸੇ ਜ਼ਿਆਦਾ ਨੇ ਕਿ ਅਵਲ ਤੇ ਉਹ ਨਾਲ ਹੀ ਨਹੀਂ ਆਉਂਦੀਆਂ। ਔਰ ਫਿਰ ਜਦੋਂ ਮੈਂ ਇੱਕ ਅਸੂਲ ਬਣਾਇਆ ਹੋਇਆ ਹੈ ਕਿ ਮੈਂ ਇੱਕ ਕਮਰਾ ਹੈ, ਇੱਕ ਆਫਿਸ ਹੈ ਜਿਹਦੇ ਵਿੱਚ ਉਹਨਾਂ ਦੀ ਸੱਸ ਜਾਂ ਮਾਂ ਜਾਂ ਕੋਈ ਵੀ ਨਹੀਂ ਉਹ ਆ ਜਾਂਦੇ ਨੇ। ਫਿਰ ਮੈਂ ਅਲਟਰਾਸਾਊਂਡ ਵਾਸਤੇ ਇੱਕ ਅਲੱਗਾ ਕਮਰਾ ਬਣਾਇਆ ਹੋਇਆ, ਉੱਥੇ ਸਿਰਫ ਮਰੀਜ਼ ਮੇਰੇ ਕੋਲ ਜਾਂਦੀ ਹੈ ਔਰ ਫਿਰ ਉਹਦੇ ਕੋਲ ਮੈਂ ਪੁੱਛਦੀ ਹਾਂ ਕਿ ਅਸਲੀਅਤ ਦੱਸ। ਉੱਥੇ ਫਿਰ ਉਹ ਰੋਂਦੀਆਂ ਵੀ ਨੇ ਮੇਰੇ ਕੋਲ ਕਿ ਮੇਰੀ ਸੱਸ ਨੂੰ ਨਾ ਇਹ ਦੱਸਣਾ, ਉਹ ਬਾਹਰ ਬੈਠੀ ਹੋਈ ਹੈ ਤੇ ਉਹਨੂੰ ਨਾ ਦੱਸਣਾ। ਦੱਸ ਦੇਵੀ। ਹਾਂ, ਔਰ ਅਗਰ ਉਹਨੂੰ ਬੱਚਾ ਨਹੀਂ ਹੋ ਰਿਹਾ ਤੇ ਪਹਿਲਾ ਕੰਨ 'ਚ ਮੇਰੇ ਪਾਉਂਦੀ ਹੈ ਕਿ ਮੈਡਮ ਕੋਈ ਨਕਸ ਨਿਕਲੇ ਤੇ ਮੇਰੀ ਸੱਸ ਨੂੰ ਨਾ ਦੱਸਿਓ, ਮੈਨੂੰ ਦੱਸ ਦਿਓ ਜਾਂ ਮੇਰੇ ਖਾਮਨ ਨੂੰ ਵੀ ਨਹੀਂ ਦੱਸਣਾ, ਮੈਂ ਆਪੇ ਹੀ ਇਹਨੂੰ ਡੀਲ ਕਰਾਂਗੀ ਤੇ ਬਿਲਕੁਲ ਤੁਸੀਂ ਇਹ ਤੇ ਮੈਨੂੰ ਅਗਲੇ ਦਿਨ ਹੀ ਘਰੋਂ ਕੱਢ ਦੇਣਗੇ। ਤੇ ਇਸ ਵਜ੍ਹਾ ਨਾਲ ਉਹ ਜ਼ਿਆਦਾਤਰ ਬੱਚੀਆਂ ਇੰਨਾ ਪ੍ਰੈਸ਼ਰ ਵਿੱਚ ਹੁੰਦੀਆਂ ਨੇ ਕਿ ਜਿਹਦਾ ਕੋਈ ਹਿਸਾਬ ਨਹੀਂ। ਔਰ ਅਗਰ ਪ੍ਰੈਸ਼ਰ ਦਿਓਗੇ ਤੇ ਹਮਲ ਤੇ ਹੋਏਗਾ ਹੀ ਨਹੀਂ। ਇੰਨੇ ਜ਼ਿਆਦਾ ਸਟ੍ਰੈਸ ਹਾਰਮੋਨ ਨਿਕਲਦੇ ਨੇ ਉਹ ਸਟ੍ਰੈਸ ਦੇ ਵਿੱਚ ਕਿ ਨਹੀਂ ਉਹ ਪ੍ਰੈਗਨੈਂਟ ਹੋ ਸਕਦੀ। ਆਬਵੀਅਸਲੀ ਸਟ੍ਰੈਸ ਦੀ ਪ੍ਰੈਗਨੈਂਸੀ ਨਹੀਂ ਹੁੰਦੀ। ਸਟ੍ਰੈਸ ਦੇ ਵਿੱਚ ਬੱਚੇ ਦੀ ਗਰੋਥ ਸਹੀ ਨਹੀਂ ਹੁੰਦੀ, ਅਬੋਰਸ਼ਨਸ ਹੁੰਦੇ ਚਲੇ ਜਾਂਦੇ ਨੇ। ਫਿਰ ਅਗਰ 3-4 ਬੇਟੀਆਂ ਨੇ, ਬੇਟਾ ਨਹੀਂ ਹੋ ਰਿਹਾ, ਫਿਰ ਸਟ੍ਰੈਸ, ਹੋ ਮਲਟੀਪਲ ਅਬੋਰਸ਼ਨ ਹੀ ਅਬੋਰਸ਼ਨ, ਜਾਂ ਤੇ ਉਹ ਕਨਸੀਵ ਹੀ ਨਹੀਂ ਕਰਦੀ ਫਿਰ ਉਸ ਤੋਂ ਬਾਅਦ। ਨਹੀਂ ਤੇ ਇਹ ਵਾਲੇ ਕੇਸਿਸ ਜਿਹੜੇ ਨੇ ਕਿ ਬੇਟੀ ਅਗਰ ਦੂਸਰੀ ਪੈਦਾ ਹੋ ਜੇ, ਤੀਸਰੀ, ਤੇ ਉੱਥੇ ਘਰ ਵਾਲਿਆਂ ਦੇ ਮੂੰਹ ਹੀ ਬਣ ਜਾਂਦੇ ਨੇ ਹਸਪਤਾਲਾਂ 'ਚ। ਐਸੇ ਸੀਨਸ ਵੀ ਅਸਾਂ ਵੇਖੇ ਨੇ। ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਹੋਏਗਾ। ਨਹੀਂ, ਅਗਰ ਅਜੀਬ ਜੀ ਗੱਲ ਹੈ ਕਿ ਅਗਰ ਤੇ ਉਹਨਾਂ ਨੂੰ ਪਤਾ ਨਾ ਕਿ ਬੇਟਾ ਹੋਣਾ ਹੈ ਤੇ VIP ਰੂਮ ਵਿੱਚ ਦਾਖਲ ਕਰੇਗਾ। ਹਾਂ, ਔਰ ਇੱਕ 5-6 ਬੇਟੀਆਂ ਉਹਦੀ ਪੈਦਾ ਹੋਈਆਂ, ਫਿਰ ਉਹ ਫੁੱਲ ਟਰਮ ਪ੍ਰੈਗਨੈਂਸੀ, ਔਰ ਕਿਸੇ ਨੇ ਪਰਵਾਹ ਹੀ ਨਹੀਂ ਕੀਤੀ ਉਹਦਾ ਅਲਟਰਾਸਾਊਂਡ ਕਰਾਓ ਜਾਂ ਕੁਝ। ਉਹ ਡਿਲੀਵਰੀ ਵਾਸਤੇ ਸਾਡੇ ਜਨਰਲ ਵਾਰਡ ਵਿੱਚ ਦਾਖਲ ਹੋਈ, ਪਬਲਿਕ ਸੈਕਟਰ ਦੇ ਵਿੱਚ ਜਿਹੜਾ ਹਸਪਤਾਲ ਸੀ ਨਾ, ਜਨਰਲ ਵਾਰਡ ਵਿੱਚ ਉਹਨੂੰ ਪਾ ਦਿੱਤਾ। ਉਹ ਹਾਂ, ਉਹਦਾ ਬੇਟਾ ਹੋ ਗਿਆ, 1 ਮਿੰਟ ਵਿੱਚ VIP ਕਮਰੇ 'ਚ ਸ਼ਿਫਟ ਹੋ ਗਈ। ਸਿਰਫ ਬੇਟੇ ਦੀ ਵਜ੍ਹਾ ਤੋਂ। ਬੇਟੇ ਦੀ ਦੇਖੋ ਜ਼ਰਾ ਇਹ ਮਾਈਂਡ ਸੈਟ ਦੇਖੋ ਸਾਡਾ। ਮੈਂ ਕੁਰਾਨ ਦੀ ਆਇਤ ਕੋਟ ਕਰ ਰਹੀ ਹਾਂ ਕਿ ਉਹਦੇ ਵਿੱਚ ਲਿਖਿਆ ਹੈ ਕਿ ਜਬ ਇਨਕੋ ਬੇਟੀ ਕੀ ਖੁਸ਼ਖਬਰੀ ਦੀ ਜਾਤੀ ਹੈ। ਅੱਲਾਹ ਸੁਬਹਾਨਹੁ ਤਾਲਾ ਇਹ ਵੀ ਤੇ ਲਿਖ ਸਕਦੇ ਸਨ ਕਿ ਜਦੋਂ ਜਬ ਇਨਕੋ ਬੇਟੀ ਕੀ ਖਬਰ ਦੀ ਜਾਤੀ ਹੈ, तो ਉਹਦੇ ਵਿੱਚ ਲਿਖਿਆ ਹੋਇਆ ਹੈ ਕਿ जब इनको बेटी की खुशखबरी दी जाती है तो इनके रंग स्याह हो जाते हैं। अल्लाह, ये कुरान की आयत का डायरेक्ट तर्जुमा मैं दस रही हूँ। ਡਾਕਟਰ ਸਾਹਿਬ ਇਹ ਬੜਾ ਸਖਤ ਸਵਾਲ ਹੈ। ਤੁਸੀਂ ਵੀ ਸ਼ਾਇਦ ਇਹ ਕੰਮ IVF ਜਾਂ ਜਿਹੜੇ ਵੀ ਕਰਦੇ ਨੇ ਉਹ ਇਹ ਕਹਿੰਦੇ ਨੇ ਜੀ ਤੁਸੀਂ ਜੈਂਡਰ ਸਿਲੈਕਟ ਕਰਾ ਲਓ, ਤੇ ਖਵਾਤੀਨ ਜ਼ਿਆਦਾਤਰ ਮੁੰਡੇ ਲੈਣ ਜਾਂਦੀਆਂ ਉਹਨਾਂ ਕੋਲ। ਤੇ ਕੁਰਾਨ ਪਾਕ 'ਚ ਅੱਲਾਹ ਕਹਿੰਦਾ ਹੈ ਕਿ ਹਮ हैं जिसे चाहते हैं बेटा देते हैं, जिसे चाहते हैं बेटी देते हैं और जिसे चाहते हैं बेऔलाद रखते हैं। ਤੇ ਫਿਰ ਇਹ ਡਾਕਟਰ ਕਿਨ ਸਿਲੈਕਟ ਕਰਕੇ ਮੁੰਡਾ ਕੱਢ ਸਕਦੇ? ਨਹੀਂ, ਇਹ ਤੇ ਪੋਸੀਬਲ ਹੈ ਕਿਉਂਕਿ ਜਦੋਂ ਉਹ ਜਿਹੜਾ ਐਮਬ੍ਰੀਓ 5 ਦਿਨ ਦਾ, ਲੇਕਿਨ ਉਹ ਸਿਰਫ ਇਹ ਤਾਂ ਨਹੀਂ ਕਹਿੰਦੇ ਨਾ ਕਿ ਇਹ ਮੁੰਡਾ ਹੀ ਹੋਏਗਾ, ਉਹ ਕਹਿੰਦੇ ਨੇ ਚਾਂਸ ਹੈ। ਐਸਾ ਹੀ ਨਹੀਂ, ਮੇਰੀ ਗੱਲ ਸੁਣੋ, IVF ਸਾਰੇ ਨਹੀਂ ਚੱਲਦੇ। ਠੀਕ, ਇੱਕ ਸੀ ਅਗਰ ਅਸੀਂ 100 ਲੋਕਾਂ ਦੇ ਕਰੀਏ ਤੇ 25 ਤੋਂ ਲੈ ਕੇ 35% ਨੂੰ ਪ੍ਰੈਗਨੈਂਸੀ ਹੋਏਗੀ। 75% 65 ਤੋਂ 75% ਤੱਕ ਫੇਲ ਹੋ ਜਾਏਗਾ। ਅਗਰ ਤੁਸੀਂ ਜੈਂਡਰ ਸਿਲੈਕਸ਼ਨ ਵਾਸਤੇ ਗਏ ਹੋ ਔਰ ਤੁਹਾਨੂੰ ਬੇਟੀ ਚਾਹੀਦੀ ਹੈ ਜਾਂ ਬੇਟਾ ਚਾਹੀਦਾ ਹੈ ਤੇ ਉਹ ਪਹਿਲੇ ਐਮਬ੍ਰੀਓਜ਼ ਅਲੱਗ ਕਰ ਲਿੱਤੇ ਜਾਣਗੇ। ਲੇਜ਼ਰ ਦੇ ਨਾਲ ਇੱਕ ਸੈੱਲ ਕੱਟ ਕੇ ਉਤਾਰਿਆ ਜਾਂਦਾ। ਉਹ ਲੇਜ਼ਰ ਨਾਲ ਜਿਹੜਾ ਸੈੱਲ ਉਤਾਰਦੇ ਨੇ ਉਹ ਪਲੇਸੈਂਟਲ ਸਾਈਟ ਤੋਂ, ਜਿੱਥੇ ਐਮਬ੍ਰੀਓ ਬਣ ਰਿਹਾ ਉਹ ਨਹੀਂ, ਪਲੇਸੈਂਟਾ ਵਾਲੀ ਸਾਈਟ ਤੋਂ ਇੱਕ ਸੈੱਲ ਉਤਾਰ ਕੇ ਤੇ ਬਾਹਰ ਦੇ ਮੁਲਕ ਭੇਜ ਦਿੰਦੇ ਨੇ ਤਾਂ ਕਿ ਉਹਦੀ ਮੌਰੂਸੀ ਬਿਮਾਰੀਆਂ ਔਰ ਉਹਦਾ ਸੈਕਸ ਪਤਾ ਚੱਲ ਸਕੇ। ਜਦੋਂ ਉਹ ਪਤਾ ਚੱਲ ਜਾਂਦਾ ਹੈ ਤੇ ਫਿਰ ਇੰਪਲਾਂਟ ਕਰ ਦਿੱਤਾ ਜਾਂਦਾ ਹੈ। ਜਿਨ੍ਹਾਂ ਨੂੰ ਬੇਟਾ ਚਾਹੀਦਾ ਹੈ ਉਹਨਾਂ ਦੇ ਬੇਟੇ ਇੰਪਲਾਂਟ ਕੀਤੇ ਜਾਂਦੇ ਨੇ।
ਲੇਕਿਨ 100% ਤੇ ਨਹੀਂ ਉਹ ਚੱਲਦੇ ਨਾ। ਹਾਂ ਇਹ ਵੀ ਫਿਰ ਅੱਲਾਹ ਸੁਬਹਾਨਹੁ ਤਾਲਾ ਦੀ ਮਰਜ਼ੀ ਹੈ ਕਿ ਮਰਜ਼ੀ ਉਹਨਾਂ ਨੂੰ ਹੈ ਦਵੇ ਜਾਂ ਨਾ ਦਵੇ, ਕਿ ਉਹ ਗਰੋ ਕਰੇ ਜਾਂ ਨਾ ਕਰੇ, ਗਰੋ ਕਰੇ ਜਾਂ ਦੇਣ ਨਾ ਵਾਲੀ ਕਰੇ। ਜ਼ਾਤ ਤੇ ਅੱਲਾ ਦੀ ਹਾਂ, ਹੈ। ਬਿਲਕੁਲ ਲੇਕਿਨ ਹਾਂ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ, ਇਨਸਾਨ ਨੂੰ ਇਹਨਾਂ ਦਿਮਾਗ ਔਰ ਸ਼ੌਰ ਦਿੱਤਾ ਹੈ ਕਿ ਉਹ ਅੱਲਾ ਹਾਂ ਦੇ ਕਰਮੋ ਫਜ਼ਲ ਨਾਲ ਇਹ ਕੰਮ ਕਰਨ ਵਾਲਾ ਹੋ ਗਿਆ ਹੈ। ਜੀ ਔਰ ਮੈਨੂੰ ਲੱਗਦਾ ਹੈ ਵੀ ਖਵਾਤੀਨ ਦੇ ਹੱਕ 'ਚ ਬਹੁਤ ਅੱਛਾ ਹੈ ਕਿ ਇੱਕ ਤਾਂ ਸਾਇੰਸ ਨੇ ਦੱਸਿਆ ਹੈ ਕਿ ਅਗਰ ਤੁਹਾਡੀ ਸਿਰਫ ਬੇਟੀਆਂ ਪੈਦਾ ਹੋ ਰਹੀਆਂ ਨੇ ਤਾਂ ਇਹ 'ਚ ਖਾਤੂਨ ਦਾ ਕੋਈ ਤਾਲੁਕ ਨਹੀਂ, ਹਾਂ ਇਹ ਸਾਰਾ ਮਰਦ ਦਾ ਤਾਲੁਕ ਹੈ। ਬਿਲਕੁਲ ਹੈ। ਤੇ ਮੈਂ ਕਈ ਪੋਡਕਾਸਟ ਇਹਦੇ ਬਾਰੇ ਜ਼ਰਾ ਗੱਲ ਕਰੋ। ਬਿਲਕੁਲ ਮਰਦ ਦੇ ਦੋ ਤਰ੍ਹਾਂ ਦੇ ਜਰਾਸੀਮ ਨੇ, ਐਕਸ ਔਰ ਵਾਈ। ਜੀ ਔਰਤ ਦੇ ਤੇ ਸਾਰੇ ਅੰਡੇ ਇੱਕੋ ਬਰਾਬਰ ਨੇ, ਹਾਂ ਉਹ ਤਾਂ ਤੇ ਮਰਦ ਨੇ ਇਹ ਤੇ ਮਰਦ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਦੇ ਵਿੱਚ ਵਾਈ ਹੈ ਨੇ ਜਾਂ ਕਿ X ਹੈ। ਐਕਸ ਹੈ ਨੇ ਜਾਂ ਦੋਨੋਂ ਨੇ। ਹਾਂ ਤੇ ਅਗਰ ਵਾਈ ਜ਼ਿਆਦਾ ਨੇ ਤੇ ਉਹਦੇ ਪੁੱਤਰ ਹੋਣਗੇ, ਤੇ ਜੇ ਐਕਸ ਜ਼ਿਆਦਾ ਨੇ ਤੇ ਫਿਰ ਬੇਟੀਆਂ ਹੋਣਗੀਆਂ। ਤੇ ਇਹ ਤੇ ਉਲਟ ਸਟੋਰੀ ਹੈ। ਮਸਲਾ ਇਹ ਹੈ ਕਿ ਤੁਹਾਡੇ ਜੈਸੀ ਬਾਸ਼ਾਉਰ ਖਾਤੂਨ ਸਾਨੂੰ ਚੰਗੀ ਨਹੀਂ ਲੱਗਦੀ। ਕਿਉਂ? ਕਿਉਂਕਿ ਉਹ ਤਾਂ ਸਾਨੂੰ ਸੱਚੀਆਂ ਗੱਲਾਂ ਦੱਸਦੀ ਹੈ ਪਈ। ਉਹ ਤਾਂ ਸਾਨੂੰ ਦੱਸਣ ਡਈ ਕਿ ਪੁੱਤਰ ਅਗਰ ਤੇਰੀਆਂ ਬੇਟੀਆਂ ਪੈਦਾ ਹੋ ਰਹੀਆਂ ਨੇ ਨਾ ਤੇ ਤੇਰਾ ਮਸਲਾ ਨਹੀਂ ਹੈ, ਤੇਰੇ ਬੰਦੇ ਦਾ ਮਸਲਾ ਹੈ। ਬਿਲਕੁਲ ਇਵਨ ਮੈਂ ਰਿਸਰਚ ਕਰਨ ਦੀ ਸਾਂ ਕਿ ਮਿਸਕੈਰੇजेस ਵਿੱਚ ਵੀ ਬੰਦੇ ਦਾ ਹੀ ਜ਼ਿਆਦਾ ਰੋਲ ਹੈ। ਇਜ਼ ਇਟ ਟਰੂ? ਜਿਹੜੇ ਮੇਲ ਫੀਟਸਿਸ ਨੇ ਨਾ ਉਹ ਜ਼ਿਆਦਾ ਅਬੋਰਟ ਹੁੰਦੇ ਨੇ। ਹਾਂ ਕਿਉਂਕਿ ਉਹਨਾਂ ਦਾ DNA ਵੀਕ ਹੁੰਦਾ ਹੈ ਇਸ ਵਜ੍ਹਾ ਨਾਲ ਕਿ ਸਿਨਫੇ ਨਾਜ਼ੁਕ ਉਹ ਨੇ। ਹਾਂ ਬਿਲਕੁਲ ਸਿਨਫੇ ਨਾਜ਼ੁਕ ਉਹ ਨੇ, ਬਿਕੋਜ਼ ਜਦੋਂ ਫੀਟਸਿਸ ਜਿਹੜੇ ਜ਼ਿਆਦਾ ਅਬੋਰਟ ਹੁੰਦੇ ਨੇ ਉਹ ਮੇਲ ਹੁੰਦੇ ਨੇ। ਫਿਰ ਜਿਹੜਾ ਇੰਟਰਾ ਯੂਟਰਾਈਨ ਡੈਥ ਹੁੰਦੀਆਂ ਨੇ ਉਹ ਜ਼ਿਆਦਾਤਰ ਮੇਲ ਫੀਟਸਿਸ ਦੀਆਂ ਹੁੰਦੀਆਂ ਨੇ। ਔਰ ਬੱਚਾ ਜਿਹੜਾ ਹੈ ਜਦੋਂ ਡਿਲੀਵਰ ਅਸੀਂ ਕਰਨੇ ਆ ਥੋੜਾ ਜਿਹਾ ਕੰਪਰੋਮਾਈਜ਼ਡ, ਤੇ ਅਗਰ ਬੇਟੀ ਹੋਵੇ ਤਾਂ ਸਾਨੂੰ ਉਮੀਦ ਹੁੰਦੀ ਹੈ ਕਿ ਇਹਨੇ ਬਚ ਜਾਣਾ। ਉਹ ਇੰਨੀ ਰੈਜ਼ਿਲੀਐਂਟ ਹੁੰਦੀ ਹੈ, ਉਹ ਫਾਈਟ ਕਰਦੀ ਹੈ ਪੇਟ ਦੇ ਅੰਦਰ ਵੀ, ਉਹ ਇੰਨੀ ਤਾਕਤਵਰ ਹੁੰਦੀ ਹੈ ਕਿ ਉਹ ਜ਼ਿੰਦਾ ਨਿਕਲ ਹੀ ਆਉਂਦੀ ਹੈ। ਔਰ ਫਿਰ ਵੀ ਫਾਈਟ ਕਰਕੇ ਅਗਰ ਇਨਕਿਊਬੇਟਰ ਵਿੱਚ ਵੀ ਹੈ ਤੇ ਉਹ ਨਿਕਲ ਆਉਂਦੀ ਹੈ ਫਾਈਟ ਕਰਕੇ। ਤੇ ਇਹ ਤੇ ਵਿਚਾਰਾ ਫੌਰਨ ਹੀ ਅੰਦਰ ਫੌਤ ਹੋ ਜਾਂਦਾ ਹੈ ਮੇਲ। ਉਸ ਤੋਂ ਬਾਅਦ ਫਿਰ ਜਦੋਂ ਅਗਰ ਕੰਪਰੋਮਾਈਜ਼ ਨਿਕਲੇ ਤੇ ਸਾਨੂੰ ਜ਼ਿਆਦਾ ਉਮੀਦ ਨਹੀਂ ਹੁੰਦੀ ਮੇਲ। ਮਤਲਬ ਕਿਉਂਕਿ ਆਬਵੀਅਸਲੀ ਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਸਰਵਾਈਵਲ ਰੇਟ ਕਮ ਹੈ। ਹਾਂ ਬਿਲਕੁਲ ਮੇਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਲਦੀ ਮਾਈਂਡ ਕਰ ਜਾਂਦਾ। ਉਹ ਮਾਈਂਡ ਕਰਨਾ ਪਹਿਲੇ ਤੋਂ ਹੀ ਅੱਛਾ ਮੈਨੂੰ ਇਨਸਲਟ ਹੋ ਗਈ ਇੰਟਰਾ ਯੂਟਰਾਈਨ, ਮੈਂ ਤੇ ਮਾਰੀ ਜਾਵਾਂ ਤੇ ਚੰਗਾ। ਅੰਦਰ ਵੀ ਇਨਸਲਟ ਪੈਦਾ ਹੋਈ, ਮਤਲਬ ਅੰਦਰ ਵੀ ਈਗੋ ਇਸਤੇਮਾਲ ਹੋ ਰਹੀ ਹੈ ਕਿ ਮੈਨੂੰ ਹੋ ਗਿਆ ਇਸ ਤਰ੍ਹਾਂ, ਮੈਂ ਤੇ ਮਾਰੀ ਜਾਵਾਂ। ਅੱਛਾ ਇੱਕ ਹੋਰ ਚੀਜ਼ ਮੈਂ ਬੜੀ ਵੇਖੀ ਹੈ ਕਿ ਸਾਡੇ ਸਾਰੇ ਨਹੀਂ ਲੇਕਿਨ ਜਹਾਲਤ ਜੋ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਮੁਆਸ਼ਰੇ 'ਚ। ਤੇ ਅਗਰ ਇੱਕ ਘਰ 'ਚ ਦੋ ਖਵਾਤੀਨ ਨੇ ਔਰ ਇੱਕ ਦੀਆਂ ਬੇਟੀ ਹੈ ਔਰ ਇੱਕ ਦਾ ਬੇਟਾ ਹੈ, ਤੇ ਜਿਹਦਾ ਬੇਟਾ ਹੈ ਉਹਨੂੰ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ ਪਈ। ਬਿਲਕੁਲ ਉਹ ਤੇ ਅਜੀਬੋ ਗਰੀਬ ਗੱਲ ਹੈ ਵੈਸੇ। ਜਬਕਿ ਦੇਖੋ ਨਾ ਇਹ ਫਿਰ ਉਹੀ ਉਹਦੇ ਖਾਮਨ ਦਾ ਪ੍ਰੋਬਲਮ ਹੈ ਨਾ। ਅਗਰ ਉਹ ਹਾਈਲਾਈਟ ਕਰ ਰਿਹਾ ਹੈ ਕਿ ਮੇਰੀ ਬੀਵੀ ਹੈ, ਮੈਨੂੰ ਬੇਟੀ ਬਹੁਤ ਪਸੰਦ ਹੈ, ਮੈਂ ਸ਼ੁਕਰ ਕਰਦਾ ਅੱਲਾ ਦਾ ਕਿ ਮੈਨੂੰ ਇੱਕ ਸਿਹਤਮੰਦ ਬੇਟੀ ਅਤਾ ਕੀਤੀ ਹੈ ਔਰ ਇਹ ਮੇਰਾ ਹੱਥ ਫੜ ਕੇ ਮੈਨੂੰ ਜੰਨਤ ਵਿੱਚ ਲੈ ਕੇ ਜਾਏਗੀ। 8 ਦਰਵਾਜ਼ੇ ਮੇਰਾ ਨਾਂ ਲੈਣਗੇ ਕਿ 8 ਦਰਵਾਜ਼ੇ ਜਿਹੜੇ ਜੰਨਤ ਦੇ ਨੇ ਉਹ ਆਵਾਜ਼ ਦੇਣਗੇ ਕਿ ਮੇਰੇ ਥਰੂ ਤੂੰ ਆ ਜਾ, ਬਸ਼ਰਤੇ ਕਿ ਨੇਕ ਹੋਵੇ। ਇਹ ਤੇ ਮਰਦ ਨੂੰ ਦੱਸਣਾ ਚਾਹੀਦਾ ਨਾ ਘਰ ਵਾਲਿਆਂ ਨੂੰ ਕਿ ਮੇਰੀ ਬੇਟੀ ਹੋਈ ਹੈ, ਮੈਂ ਤੇ ਸੁਪੀਰੀਅਰ ਹੋ ਗਿਆ, ਮੈਂ ਤੇ ਜੰਨਤ ਦੇ ਆਲਾ ਦਰਜੇ 'ਚ ਪਹੁੰਚ ਗਿਆ। ਤੇ ਇਹ ਅੰਡਰਸਟੈਂਡਿੰਗ ਜਿਹੜੀ ਹੈ ਦੀਨ ਦੀ ਸਮਝ ਦੇ ਨਾਲ ਹੀ ਆਣੀ ਹੈ। ਸੁਭਾਨ ਅੱਲਾ, ਸੁਭਾਨ ਅੱਲਾ, ਬਹੁਤ ਜ਼ਬਰਦਸਤ ਗੱਲ ਕੀਤੀ ਤੁਸੀਂ। ਅੱਛਾ ਸਾਨੂੰ ਲਾਸਟ ਇਹ ਦੱਸੋ ਕਿ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਬੇਟੀਆਂ ਨੂੰ ਇੱਕ ਤਾਂ ਕੌਨਫੀਡੈਂਸ ਦੇਈਏ ਔਰ ਦੂਸਰਾ ਉਹਨਾਂ ਨੂੰ ਇੰਨਾ ਪਾਵਰਫੁਲ ਬਣਾਈਏ। ਅੱਜ ਕੱਲ੍ਹ ਇੰਸਟਾ 'ਤੇ ਬੜੀ ਰੀਲ ਚੱਲਣ ਡਈ ਹੈ ਕਿ ਰਾਨੀ ਬੇਟੀ ਰਾਜ ਕਰੇਗੀ, ਤਾਂ ਬਾਅਦ 'ਚ ਅਗਲੀਆਂ ਕੁੜੀਆਂ ਨੇ ਨਾ ਆਪਣੀਆਂ ਕੁੱਟਾਂ ਦੀਆਂ ਮਾਰਨ ਦੀਆਂ ਤਸਵੀਰਾਂ ਲਾਈਆਂ ਨੇ ਕਿ ਇਹ ਰਾਨੀ ਬੇਟੀ ਰਾਜ ਕਰਨ ਡਈ ਜੇ, ਇਹ ਮੂੰਹ ਸੁੱਜਿਆ, ਅੱਖਾਂ ਸੁੱਜੀਆਂ ਨੇ। ਕਿ ਸਿਰਫ ਉਹਦੇ ਦਿਮਾਗ 'ਚ ਇਹ ਨਹੀਂ ਪਾ ਦੇਣਾ ਕਿ ਪੁੱਤਰ ਤੂੰ ਉੱਥੇ ਜਾਏਂਗੀ ਤੇ ਉਹ ਤੇਰੀਆਂ ਖਾਹਿਸ਼ਾਂ ਪੂਰੇ ਕਰੇਗਾ, ਉਹ ਤੈਨੂੰ ਜਿੰਜ ਰੱਖੇਗਾ, ਠੀਕ ਨਹੀਂ। ਉਹਨੂੰ ਇੰਨਾ ਇਸ ਕਾਬਿਲ ਬਣਾਓ, ਇੰਨਾ ਇੰਡੀਪੈਂਡੈਂਟ ਬਣਾਓ ਕਿ ਉਹ ਆਪਣੇ ਸਿਰ 'ਤੇ ਖਲੋਵੇ ਔਰ ਆਪਣਾ ਘਰ ਵੀ ਚਲਾਏ। ਜਿਸ ਤਰ੍ਹਾਂ ਤੁਸੀਂ ਪਹਿਲਾਂ ਮਿਸਾਲ ਦਿੱਤੀ ਹੈ ਕਿ ਪੜ੍ਹੀ ਲਿਖੀ ਲੜਕੀਆਂ ਘਰ ਵੀ ਬਹੁਤ ਅੱਛਾ ਚਲਾਉਂਦੀਆਂ ਨੇ। ਬਿਲਕੁਲ ਗੱਲ ਐਵੇਂ ਕਿ ਬੱਚੀਆਂ ਨੂੰ ਇਹ ਖਾਸ ਤੌਰ 'ਤੇ ਵਾਲਿਦ ਔਰ ਵਾਲਦਾ ਪਾਸ ਬੈਠ ਕੇ ਉਹਨਾਂ ਨੂੰ ਦੱਸਣ ਕਿ ਆਪਣੀ ਹੈਲਦੀ ਬਾਊਂਡਰੀਜ਼ ਬਣਾਓ, ਬਾਊਂਡਰੀਜ਼ ਬਣਾਓ ਔਰ ਮੀ ਫਰਸਟ ਸਿਖਾ ਕੇ ਭੇਜੋ ਕਿ ਆਈ ਐਮ ਫਰਸਟ, ਮੈਂ ਪਹਿਲੇ ਆ, ਫਿਰ ਤੂੰ ਆਨਾ ਹੈ, ਫਿਰ ਮੇਰੇ ਬੱਚੇ ਆਉਂਦੇ ਨੇ, ਫਿਰ ਕੋਈ ਹੋਰ ਆਉਂਦਾ ਹੈ, ਮੇਰੇ ਭੈਣ ਭਾਈ। ਸਸੁਰਾਲ ਫਰਸਟ, ਦੈਨ ਬੰਦਾ, ਦੈਨ ਬੱਚੇ, ਦੈਨ ਯੂ। ਨਹੀਂ ਯੂ ਤਾਂ ਦਾ ਨਾ ਹੀ ਨਹੀਂ ਹੁੰਦਾ ਵਿੱਚ, ਇਨਵਿਜ਼ਿਬਲ ਉਹ ਤੇ ਹੈ ਹੀ ਨਹੀਂ ਨਾ। ਅਗਰ ਹੈ ਤੇ ਆਖਿਰ ਵਿੱਚ ਹੈ। ਮੈਂ ਦੱਸਦੀ ਹਾਂ ਕਿ ਥੱਲਿਓਂ ਕੱਢ ਕੇ ਇਹਨੂੰ ਉੱਤੇ ਲਿਖੋ, ਮੀ ਫਰਸਟ, ਮੈਂ ਆ ਪਹਿਲੇ। ਥੋੜਾ ਸੈਲਫਿਸ਼ ਹੋ ਜਾਓ। ਇਹ ਕੁਰਬਾਨੀ ਦਾ ਜਿਹੜਾ ਜਜ਼ਬਾ ਹੈ ਨਾ, ਯਾਨੀ ਭੈਣ ਜਿਹੜੀ ਹੈ ਉਹ ਕਮਾ ਕੇ ਸਾਰਿਆਂ ਦੀ ਸ਼ਾਦੀ ਕਰਕੇ ਫਿਰ 40 ਸਾਲ ਦੀ ਉਮਰ ਤੇ ਜਦੋਂ ਵਿਆਹ ਕਰਦੀ ਹੈ ਤੇ ਬੱਚੇ ਨਹੀਂ ਹੋ ਸਕਦੇ, ਕੁਰਬਾਨੀ ਉੱਥੋਂ ਸ਼ੁਰੂ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਵਿਆਹ ਹੋ ਗਿਆ,
ਕੁਰਬਾਨੀ ਬੱਚਾ ਹੋ ਗਿਆ ਤੇ ਹਮ। ਤੂੰ ਤੇ ਕੁਰਬਾਨ ਹੀ ਹੋ ਜਾ ਉਹਦੇ ਉੱਤੇ, ਮਤਲਬ ਐਸਾ ਹੀ ਆਪਣੀ ਦੌਲਤ, ਆਪਣਾ ਹਰ ਸ਼ੈ, ਹਮ, ਯਾਨੀ ਖਾਵਨ ਦਾ ਦਿਲ ਜਿੱਤਣ ਵਾਸਤੇ ਉਹ ਵਿਚਾਰੀ ਆਪਣੀ ਇੱਕ ਤਨਖਾਹ ਵੀ ਉਹਦੇ ਬੈਂਕ 'ਚ ਭੇਜ ਰਹੀ ਹੈ, ਸਹੀ ਬਾਤ ਠੀਕ ਹੈ, ਉਹ ਉਹਦੇ ਵਿੱਚੋਂ ਚੰਦ ਤਾਂ ਕਿ ਹਜ਼ਾਰ ਮੇਰਾ ਉਹਨੂੰ ਦੇ ਰਿਹਾ। ਮਾਹੌਲ ਘਰ ਦਾ ਸੈੱਟ ਰਵੇ, ਘਰ ਦਾ ਮਾਹੌਲ ਖਰਾਬ ਨਾ ਹਾਂ, ਹੋਵੇ। ਮਾਹੌਲ ਖਰਾਬ ਨਾ ਹੋਏ। ਇਹ ਇੰਨੀਆਂ ਕੁਰਬਾਨੀਆਂ ਦਿੰਦੀਆਂ ਨੇ ਬੱਚੀਆਂ ਕਿ ਜਿਹਦਾ ਕੋਈ ਹਿਸਾਬ ਨਹੀਂ। ਬਈ ਤੁਸੀਂ ਸ਼ਰੀਅਤ ਦੇ ਉੱਤੇ ਚੱਲੋ, ਅੱਲਾ ਨੂੰ ਰਾਜ਼ੀ ਕਰੋ ਕਿ ਜੀ ਇਹ ਚੀਜ਼, ਔਰ ਉਹ ਜੀ ਮਜਾਜ਼ੀ ਖੁਦਾ, ਇਸ ਤਰ੍ਹਾਂ ਦਾ ਕੋਈ ਕਨਸੈਪਟ ਨਹੀਂ ਹੈ, ਪਤਾ ਨਹੀਂ ਮਜਾਜ਼ੀ ਖੁਦਾ ਕੋਈ ਕਿਹਨੇ ਇਸਲਾਮ ਚ ਬਣਾਇਆ ਕੋਈ ਔਰ ਕੀ ਹੋਇਆ, ਕਨਸੈਪਟ ਨਹੀਂ ਮਜਾਜ਼ੀ ਠੀਕ ਵਜੂਦ ਹੈ। ਖੁਦਾ ਦਾ। ਅਗਰ ਅੱਲਾ ਸੁਬਹਾਨਹੁ ਤਾਲਾ ਨੇ ਇੱਕ ਦਰਜਾ ਮਰਦ ਨੂੰ ਜ਼ਿਆਦਾ ਔਰਤ ਦੇ ਉੱਤੇ ਦਿੱਤਾ ਹੈ, ਬਿਕੋਜ਼ ਉਹ ਕਵਾਮ ਹੈ, ਉਹ ਪ੍ਰੋਵਾਈਡਰ ਹੈ, ਉਹ ਬੜਾ ਸੋਹਣਾ ਹੈ। ਪ੍ਰੋਟੈਕਟਰ ਹੈ। ਅਗਰ ਹਮ। ਪ੍ਰੋਟੈਕਟਰ ਨਹੀਂ ਹੈ, ਪ੍ਰੋਵਾਈਡ ਨਹੀਂ ਕਰ ਰਿਹਾ, ਕਵਾਮ ਨਹੀਂ ਹੈ, ਫਿਰ ਉਹਦਾ ਜਿਹੜਾ ਇੱਕ ਦਰਜਾ ਹਾਇਰ ਹੈ ਉਹ ਥੱਲੇ ਆ ਜਾਂਦਾ ਹੈ, ਉਹ ਔਰਤ ਉੱਤੇ ਚਲੀ ਜਾਂਦੀ ਹੈ। ਅਗਰ ਉਹ ਪ੍ਰੋਟੈਕਟਰ ਵੀ ਹੈ, ਉਹ ਕਮਾ ਵੀ ਰਹੀ ਹੈ, ਉਹ ਪ੍ਰੋਵਾਈਡ ਵੀ ਕਰ ਰਹੀ ਹੈ, ਉਹ ਸਾਰਾ ਕੁਝ ਕਰ ਰਹੀ ਹੈ, ਔਰ ਇਹ ਬੈਠਾ ਖਾ ਰਿਹਾ ਸਿਰਫ ਔਰ ਰੋ ਪਾ ਰਿਹਾ, ਤੇ ਉਹਦਾ ਦਰਜਾ ਥੱਲੇ ਚਲਾ ਗਿਆ। ਇਹ ਕਵਾਮ ਪ੍ਰੋਟੈਕਟਰ ਪ੍ਰੋਵਾਈਡਰ ਹੋਣ ਦੀ ਵਜ੍ਹਾ ਨਾਲ ਉਹਨੂੰ ਇੱਕ ਦਰਜਾ, ਜਿਸ ਤਰ੍ਹਾਂ ਇੱਕ CEO ਹੈ ਕਿਸੇ ਕੰਪਨੀ ਦਾ, ਉਹਦਾ ਸਭ ਨੂੰ ਕਹਿਣਾ ਮੰਨਣਾ ਪੈਂਦਾ ਕਿਉਂਕਿ ਉਹ ਪ੍ਰੋਵਾਈਡ ਕਰ ਰਿਹਾ, ਉਹ ਲੁੱਕ ਆਫਟਰ ਕਰ ਰਿਹਾ, ਉਹਨੇ ਕੰਪਨੀ ਬਣਾਈ ਹੈ, ਸਾਰਾ ਕੁਝ ਕੀਤਾ। ਇਹ ਦਰਜਾ ਹੈ ਮਰਦ ਦਾ। ਇਹ ਨਹੀਂ ਹੈ ਕਿ ਬਿਲਾ ਵਜ੍ਹਾ ਤੁਸੀਂ ਆ ਕੇ ਤੇ ਚਪੇੜ ਮਾਰ ਦਿੱਤੀ, ਨਮਕ ਘੱਟ ਹੋ ਗਿਆ, ਜ਼ਿਆਦਾ ਹੋ ਗਿਆ, ਤੇ ਮੂਡ ਬਣਾ ਕੇ ਫਿਰ ਰਹੇ ਔਰ ਚੀਜ਼ਾਂ ਇੱਧਰ ਔਰ ਉੱਧਰ ਨਾਲ ਸਿੱਟ ਬਹਿ ਰਹੇ। ਕੇ ਖਾਣਾ ਨਹੀਂ ਖਾ ਸਕਦੀਆਂ ਖਵਾਤੀਨ, ਇਹ ਵੀ ਮੈਂ ਜੁਆਇੰਟ ਫੈਮਿਲੀ 'ਚ ਵੇਖਿਆ ਕਿ ਹਾਂ, ਉਹ ਕਿਚਨ 'ਚ ਖਲੋਤੀਆਂ, ਤਾਜ਼ਾ ਰੋਟੀ ਚਾਹੀਦੀ ਹੈ ਇਹਨਾਂ ਨੂੰ ਤਾਜ਼ਾ ਰੋਟੀ ਚਾਹੀਦੀ ਹੈ। ਉਹ ਤੇ ਨੌਕਰਾਂ ਨਾਲ ਬੈਠ ਕੇ ਬਚਿਆ ਖੁਚਾ ਜਿਹੜਾ ਹੈ ਉਹਨਾਂ ਉਹ ਨੂੰ ਖਾਂਦੀਆਂ ਦਿੱਤਾ ਜਾਂਦਾ ਹੈ। ਇਹ ਤੇ ਬਿਲਕੁਲ ਗਲਤ ਗੱਲ ਹੈ।